हेलो एवरीवन, वेलकम टू माय यूट्यूब चैनल टर्निंग पॉइंट विद डॉक्टर मीनू। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਜੋ ਟੈਸਟ ਸੀਰੀਜ਼ ਦਾ ਟੈਸਟ ਨੰਬਰ 2 ਜੋ ਕਿ 15 ਜਨਵਰੀ ਨੂੰ ਹੋਇਆ ਸੀ ਉਸ ਦਾ ਸੋਲੂਸ਼ਨ ਲੈ ਕੇ ਆਈ ਹਾਂ। ਇਸ ਦੇ ਵਿੱਚ ਜਿਹੜੇ ਚੈਪਟਰ ਕਵਰ ਹੋਏ ਸੀ ਉਹ ਸੀ ਤੁਹਾਡੇ ਚੈਪਟਰ ਨੰਬਰ 3 ਲੀਨੀਅਰ ਇਕੁਏਸ਼ਨ ਇਨ ਟੂ ਵੇਰੀਏਬਲਸ ਐਂਡ 4th ਚੈਪਟਰ ਕੁਆਡਰੇਟਿਕ ਇਕੁਏਸ਼ਨ। ਠੀਕ ਹੈ, ਇਹਦੇ ਵਿੱਚ ਦੇਖੋ ਤੁਹਾਡਾ ਟਾਈਮ ਕਿੰਨਾ ਸੀਗਾ 40 ਮਿੰਟਸ ਦਾ ਸੀਗਾ ਤੇ ਜੋ ਮੈਕਸਿਮਮ ਮਾਰਕਸ ਹੈ 20 ਮਿੰਟਸ ਤੇ ਐਂਡ ਜੋ ਮੈਕਸਿਮਮ ਮਾਰਕਸ ਹੈ ਉਹ ਕਿੰਨੇ ਸੀ 20 ਮਾਰਕਸ ਦਾ ਸੀ ਪੇਪਰ। देखो फर्स्ट क्वेश्चन ਦੇ ਵਿੱਚ ਕੀ ਸੀ ਜੇਕਰ 2, k ਦਿੱਤੀ ਗਈ ਸਮੀਕਰਨ ਦਾ ਇੱਕ ਹੱਲ ਹੈ ਤਾਂ k ਦਾ ਮੁੱਲ ਪਤਾ ਕਰੋ। ਹਾਂਜੀ, ਇਹਦੇ ਵਿੱਚ ਦੇਖੋ ਹੁਣ ਜਦੋਂ ਵੀ ਤੁਹਾਡੇ ਕੋਲ ਇਸ ਟਾਈਪ ਦੇ ਪੁਆਇੰਟਸ ਹੁੰਦੇ ਆ ਜਿੱਦਾਂ 2, k ਲਿਖਿਆ ਹੋਇਆ ਇਹਨਾਂ ਨੇ 2, k ਦਾ ਕੀ ਮਤਲਬ ਹੋਇਆ ਇਹ ਵਾਲਾ ਜਿਹੜਾ ਪੁਆਇੰਟ ਹੈ ਤੁਹਾਡਾ ਇਹ x ਦਾ ਪੁਆਇੰਟ ਹੁੰਦਾ ਤੇ ਇਹ ਵਾਲਾ ਪੁਆਇੰਟ ਹੁੰਦਾ y ਦਾ ਪੁਆਇੰਟ। ਹੁਣ ਇਹਨਾਂ ਨੇ ਪੁੱਛਿਆ ਹੋਇਆ ਕਿ ਇਹ ਜਿਹੜਾ ਪੁਆਇੰਟ ਹੈ ਇਹ ਦਿੱਤੀ ਹੋਈ ਸਮੀਕਰਨ ਦਾ ਹੱਲ ਹੈ ਇਹਨਾਂ ਨੇ ਇਹ ਚੀਜ਼ ਦਿੱਤੀ ਹੋਈ ਹੈ ਤਾਂ ਅਸੀਂ k ਦਾ ਮੁੱਲ ਪਤਾ ਕਰਨਾ। ਹੁਣ ਜਦੋਂ ਆਹ ਵਾਲਾ ਪੁਆਇੰਟ ਜਦੋਂ ਕੋਈ ਵੀ ਪੁਆਇੰਟ ਕਿਸੇ ਵੀ ਇਕੁਏਸ਼ਨ ਦਾ ਸੋਲੂਸ਼ਨ ਹੋਵੇ ਉਸ ਟਾਈਮ ਤੇ ਅਸੀਂ ਕੀ ਕਰ ਸਕਦੇ ਹਾਂ x ਦੀ ਜਗ੍ਹਾ ਤੇ ਅਸੀਂ ਆਹ ਵਾਲੀ ਵੈਲਿਊ ਤੇ y ਦੀ ਜਗ੍ਹਾ ਤੇ ਆਰਡੀਨੇਟ ਦੀ ਵੈਲਿਊ ਅਸੀਂ ਪੁੱਟ ਕਰ ਸਕਦੇ ਹਾਂ। ਇਹਦੇ ਵਿੱਚ ਕੀ ਹੈ ਤੁਹਾਡੇ ਕੋਲ x + y + 2 = 0। x ਦੀ ਜਗ੍ਹਾ ਤੇ ਤੁਸੀਂ ਕੀ ਪੁੱਟ ਕਰ ਦਿਓ 2 + y ਦੀ ਜਗ੍ਹਾ ਤੇ k ਪੁੱਟ ਕਰ ਦਿਓ +2 = 0। 2 + 2 ਕਿੰਨਾ ਬਣ ਗਿਆ ਤੁਹਾਡੇ ਕੋਲ 4 + k = 0। ਇਹਦਾ ਮਤਲਬ ਕੀ ਹੋ ਗਿਆ ਜੇ ਅਸੀਂ k ਦੀ ਵੈਲਿਊ ਫਾਈਂਡ ਆਊਟ ਕਰਨੀ ਹੋਵੇ ਇਹ 4 ਅਸੀਂ ਇੱਧਰਲੀ ਸਾਈਡ ਤੇ ਲੈ ਜਾਵਾਂਗੇ ਇਹ 4 ਕਿਸ ਸਾਈਡ ਤੇ ਚਲੇ ਜਾਏਗਾ ਰਾਈਟ ਹੈਂਡ ਸਾਈਡ ਤੇ ਤੇ ਇੱਧਰ ਕੀ ਸਾਈਨ ਇਹਦਾ ਪਲੱਸ ਦਾ ਇਹ ਬਣ ਗਿਆ ਮਾਈਨਸ ਤੇ 4। ਸੋ k ਦੀ ਵੈਲਿਊ ਕਿੰਨੀ ਆ ਗਈ -4। ਆਪਸ਼ਨ ਨੰਬਰ ਬੀ ਇਹਦਾ ਆਂਸਰ। ਅਗਲਾ ਕੁਐਸਚਨ ਕੀ ਹੈ ਵਿਚ ਆਫ ਦ ਫੋਲੋਇੰਗ ਇਕੁਏਸ਼ਨ ਇਜ਼ ਨਾਟ ਕੁਆਡਰੇਟਿਕ ਇਕੁਏਸ਼ਨ ਕਿਹੜੀ ਦੋ ਘਾਤੀ ਸਮੀਕਰਨ ਨਹੀਂ ਹੈ। ਦੋ ਘਾਤੀ ਸਮੀਕਰਨ ਦੇਖੋ ਇਹਦਾ ਮਤਲਬ ਕੀ ਹੁੰਦਾ ਦੋ ਘਾਤੀ ਸਮੀਕਰਨ ਜਿਹਦੇ ਵਿੱਚ x ਦੀ ਘਾਤ ਇਹਦੇ ਵਿੱਚ ਕਿਸੇ ਵੀ ਚੱਲ ਦੀ ਘਾਤ ਕਿੰਨੀ ਬਣੇ 2 ਬਣੇ। ਠੀਕ ਹੈ, ਦੋ ਘਾਤੀ ਸਮੀਕਰਨ ਕਿੱਦਾਂ ਦੀ ਹੋਣੀ ਚਾਹੀਦੀ ਆ ਦੋ ਘਾਤੀ ਸਮੀਕਰਨ ਹੁੰਦੀ ਆ ax² + bx + c = 0 ਇਸ ਫਾਰਮ 'ਚ ਹੋਣੀ ਚਾਹੀਦੀ ਆ। ਹੁਣ ਇਹਦੀ ਪਹਿਲੀ ਆਪਸ਼ਨ ਦੇਖ ਲਓ ਕੀ ਆ ਦੋ ਘਾਤੀ ਸਮੀਕਰਨ ਨਹੀਂ ਪੁੱਛਿਆ ਹੈ। ਠੀਕ ਹੈ, ਨਹੀਂ। ਹੁਣ ਜਦੋਂ ਅਸੀਂ ਇਹਦਾ ਏ ਆਪਸ਼ਨ ਦੀ ਗੱਲ ਕਰਾਂਗੇ ਦੇਖੋ ਏ ਆਪਸ਼ਨ ਦੇ ਵਿੱਚ ਕੀ ਹੈ ਤੁਹਾਡੇ ਕੋਲ ਇਹਦਾ ਐਲਸੀਐਮ ਤੁਸੀਂ x ਲਿਆ ਜਦੋਂ ਐਲਸੀਐਮ x ਲਿਆ ਤੇ ਇੱਧਰ ਇੱਕ x ਮਲਟੀਪਲਾਈ ਹੋਣਾ ਇਹ ਤੁਹਾਡੇ ਕੋਲ ਬਣ ਜਾਣਾ 2x² - 5 = 3। ਠੀਕ ਹੈ, ਇਹ ਬਣ ਗਿਆ 2x² - 5 = 3x ਬਣ ਗਿਆ। ਫਿਰ ਇਹ ਆ ਗਿਆ ਦੇਖੋ ਵੈਸੇ ਤਾਂ ਤੁਹਾਨੂੰ ਦੇਖ ਕੇ ਪਤਾ ਚੱਲ ਗਿਆ ਕਿ ਦੋ ਘਾਤੀ ਇਹ ਬਣਦੀ ਪਈ ਇੱਥੇ x ਦੀ ਪਾਵਰ 2 ਆ। ਠੀਕ ਹੈ, ਬਟ ਮੈਨੂੰ ਇਹਦੇ ਮਿਆਰੀ ਰੂਪ ਦੇ ਵਿੱਚ ਲਿਖ ਦਿੰਦੀ ਆ ਤੁਹਾਡੇ ਕੋਲ ਇਹਦਾ ਮਿਆਰੀ ਰੂਪ ਬਣਨਾ। ਠੀਕ ਹੈ, ਇਹ ਵੀ ਦੋ ਘਾਤੀ ਬਹੁਪਦ ਬਣਦੀ ਪਈ ਆ ਸੌਰੀ ਦੋ ਘਾਤੀ ਸਮੀਕਰਨ ਬਣ ਰਹੀ ਹੈ ਇਹ। ਸਿਮਿਲਰਲੀ ਤੁਸੀਂ ਇਹਦਾ ਜਦੋਂ ਲਓਗੇ ਐਲਸੀਐਮ ਤੇ ਇਹ ਕੀ ਬਣੇਗਾ ਤੁਹਾਡੇ ਕੋਲ x ਐਲਸੀਐਮ ਆ ਗਿਆ ਇਹਦਾ x ਦੀ ਪਾਵਰ 2 - 1 ਇਹਦੇ ਬਰਾਬਰ ਬਣ ਗਿਆ 7 ਦੇ। ਠੀਕ ਹੈ, ਇੱਥੋਂ ਕੀ ਨਿਕਲ ਕੇ ਆਉਂਦਾ ਇਹ x² - 1 ਕੇ ਇਹਦੇ ਕੋਲ ਬਣ ਗਿਆ 7x ਦੇ ਆਹ ਵਾਲਾ 7 ਉਹਦੇ ਜਾ ਕੇ ਕੀ ਹੋਣਾ ਮਲਟੀਪਲਾਈ ਹੋ ਜਾਣਾ। ਠੀਕ ਹੈ, ਜਿਹਨੂੰ ਨਹੀਂ ਪਤਾ ਉਹ ਦੇਖੋ ਅਸੀਂ ਇੱਦਾਂ ਕਰਦੇ ਹੁੰਦੇ ਨਾ ਇਹਦੇ ਹਰ ਬਣਾ ਕੇ ਕੀ ਕਰਦੇ ਹੁੰਦੇ ਤਿਰਛੀ ਗੁਣਾ ਕਰ ਦਿੰਦੇ ਆ ਇਹਨੂੰ ਇਹਦੇ ਨਾਲ 1 ਨਾਲ ਗੁਣਾ ਹੋਣੀ ਤੇ ਇਹਦੇ ਨਾਲ 7 ਨਾਲ ਹੋਣੀ। ਠੀਕ ਹੈ, ਤੇ ਇਹਦੇ ਵਿੱਚ ਵੀ ਦੇਖੋ x ਦੀ ਪਾਵਰ 2 ਬਣਦੀ ਪਈ ਆ ਇਹਦਾ ਮਿਆਰੀ ਰੂਪ ਲਿਖ ਲੈਂਦੇ ਆ x ਦੀ ਪਾਵਰ 2 ਆਹ ਵਾਲਾ 7x ਇੱਧਰ ਆ ਜਾਣਾ ਮਾਈਨਸ ਦਾ ਬਣ ਜਾਣਾ ਇੱਧਰ ਆ ਕੇ -1 = 0। ਠੀਕ ਹੈ, ਤੇ ਇਹ ਦੇਖੋ ਇਹਦੀ ਪਾਵਰ 2 ਆ ਤੇ ਇਹ ਵੀ ਕੀ ਬਣ ਗਈ ਸਾਡੇ ਕੋਲ ਦੋ ਘਾਤੀ। ਹੁਣ ਇਹਦੇ ਵਿੱਚ ਵੀ ਦੇਖੋ ਇੱਧਰ ਵੀ 2x ਆ 2x ਦੀ ਪਾਵਰ 2 ਇੱਧਰ ਵੀ x ਦੀ ਪਾਵਰ 2। ਠੀਕ ਹੈ, ਇਹ ਵਾਲਾ x ਦੀ ਪਾਵਰ 2 ਨੇ ਇੱਧਰ ਜਦੋਂ ਆਉਣਾ ਤੇ ਇੱਧਰ ਆ ਕੇ ਇਹਨੇ ਕੀ ਬਣ ਜਾਣਾ ਮਾਈਨਸ ਹੋ ਜਾਣਾ ਇਹ ਵੀ ਦੋ ਘਾਤੀ ਸਮੀਕਰਨ ਬਣੇਗੀ। ਠੀਕ ਹੈ, ਹੁਣ ਇਹਦੇ ਇਸ ਪਾਰਟ ਦੇ ਵਿੱਚ ਦੇਖੋ ਕੀ ਬਣਨਾ ਇਹਦੇ ਵਿੱਚ ਜਦੋਂ ਤੁਸੀਂ ਐਲਸੀਐਮ ਲਓਗੇ ਇਹਦਾ ਤੇ ਇਹ ਬਣ ਗਿਆ x ਦੀ ਪਾਵਰ 2 ਪਹਿਲਾਂ ਹੀ x ਨੇ ਉੱਪਰ ਜਾ ਕੇ ਮਲਟੀਪਲਾਈ ਹੋਣਾ ਤੇ ਇਹ ਬਣ ਜਾਣੀ x ਦੀ ਪਾਵਰ 3 x ਦੀ ਪਾਵਰ 3 ਬਣ ਗਈ ਤੇ ਦੇਖੋ ਆਹ ਵਾਲਾ 5 ਉੱਧਰ ਜਾ ਕੇ ਮਲਟੀਪਲਾਈ ਹੋ ਜਾਣਾ ਤੇ ਇਹਦਾ ਮਿਆਰੀ ਰੂਪ ਦੇਖੋ ਕੀ ਬਣ ਗਿਆ x ਦੀ ਪਾਵਰ 3 ਤੇ ਇਹ ਬਣ ਗਿਆ ਇਸ ਤਰ੍ਹਾਂ। ਠੀਕ ਹੈ, ਇਹ ਬਣ ਗਿਆ ਇਹਦੀ ਪਾਵਰ 3 ਤੇ ਦੋ ਘਾਤੀ ਸਮੀਕਰਨ ਦੇ ਵਿੱਚ ਘਾਤ ਕਿੰਨੀ ਹੋਣੀ ਚਾਹੀਦੀ ਵੱਧ ਤੋਂ ਵੱਧ ਘਾਤ 2 ਹੋਣੀ ਚਾਹੀਦੀ ਆ ਇਹਦੀ ਕਿੰਨੀ ਬਣ ਗਈ 3। ਸੋ ਇਹਦਾ ਆਨਸਰ ਕਿੰਨਾ ਬਣੇਗਾ ਇਹ ਵਾਲੀ ਜਿਹੜੀ ਸਮੀਕਰਨ ਹੈ ਇਹ ਦੋ ਘਾਤੀ ਨਹੀਂ ਹੈ। ਅਗਲੇ ਕੁਐਸਚਨ ਦੇ ਵਿੱਚ ਕੀ ਹੈ ਠੀਕ ਹੈ ਇਹ ਤੁਹਾਡੇ ਕੋਲ ਇੱਕ ਨੰਬਰ ਦੇ ਹੋਗੇ ਦੋ ਕੁਐਸਚਨ ਮਲਟੀਪਲ ਚੋਇਸ ਕੁਐਸਚਨ ਸੀ। ਠੀਕ ਹੈ, ਇਹ MCQ ਇਹਦੇ। ਅਗਲਾ ਦੇਖੋ ਪਾਰਟ 2 ਆ ਇਹਦੇ ਵਿੱਚ ਕੀ ਸਹੀ ਗਲਤ ਅਸੀਂ ਲੱਭਣਾ। ਹੁਣ ਕੀ ਜੇਕਰ ਦੋ ਘਾਤੀ ਸਮੀਕਰਨ ਦਾ ਮਿਆਰੀ ਰੂਪ ਇਹ ਹੁੰਦਾ ਇਸ ਦੇ ਮੂਲ ਬਰਾਬਰ ਹੋਣ ਤਾਂ ਡਿਸਕ੍ਰਿਮੀਨੈਂਟ ਕੀ ਹੁੰਦਾ 0 ਹੁੰਦਾ ਹੈ
ये चीज़ पूछी इन्होंने, सही है कि गलत है। हाँ जी, ਇਹਦਾ ਜਿਹੜਾ ਆਨਸਰ ਹੈ ਉਹ ਕੀ ਹੈ, ਸਹੀ ਹੈ। ਠੀਕ ਹੈ, ਜਦੋਂ ਡਿਸਕ੍ਰਿਮੀਨੈਂਟ 0 ਹੁੰਦਾ ਵਾ ਉਦੋਂ ਅਸੀਂ ਕਹਿੰਦੇ ਹੁੰਦੇ ਕਿ ਜਿਹੜੇ ਦੋ ਘਾਤੀ ਸਮੀਕਰਨ ਉਹਦੇ ਮੂਲ ਜਿਹੜੇ ਉਹ ਬਰਾਬਰ ਹੁੰਦੇ ਆ। ਇਹਦੀਆਂ 3 ਕੰਡੀਸ਼ਨ ਸੀ, ਮੈਂ ਫਿਰ ਵੀ ਦੱਸ ਦਿੰਦੀ ਹਾਂ ਤੁਹਾਨੂੰ। ਡੀ ਇੱਕ ਵਾਰੀ ਗ੍ਰੇਟਰ ਦੈਨ 0 ਹੁੰਦਾ, ਜਦੋਂ ਡੀ ਡਿਸਕ੍ਰਿਮੀਨੈਂਟ ਜਦੋਂ ਗ੍ਰੇਟਰ ਦੈਨ 0 ਹੁੰਦਾ ਉਦੋਂ ਕੀ ਹੁੰਦਾ ਦੇ ਦੋ ਭਿੰਨ ਭਿੰਨ ਵਾਸਤਵਿਕ ਮੂਲ। ਠੀਕ ਹੈ, ਇਹ ਹੁੰਦੇ ਆ ਦੋ ਭਿੰਨ ਭਿੰਨ ਅਲੱਗ-ਅਲੱਗ ਵਾਸਤਵਿਕ ਮੂਲ। ਦੋ ਭਿੰਨ ਭਿੰਨ ਵਾਸਤਵਿਕ ਮੂਲ ਹੁੰਦੇ ਆ। ਤੇ ਉਸ ਤੋਂ ਬਾਅਦ ਹੁੰਦਾ ਡੀ ਇਜ਼ ਇਕੁਅਲ ਟੂ 0। ਇਸ ਕੇਸ ਦੇ ਵਿੱਚ ਕੀ ਹੁੰਦੇ ਆ, ਜਿਹੜੇ ਦੋ ਮੂਲ ਹੋਣਗੇ ਉਹ ਕੀ ਹੋਣਗੇ, ਬਰਾਬਰ ਹੁੰਦੇ ਆ। ਇਹ ਹੋ ਜਾਂਦੇ ਆ ਦੋ ਬਰਾਬਰ ਹੋਣ ਦੇ ਨਾਲ ਨਾਲ ਕਹਿੰਦੇ ਵਾਸਤਵਿਕ, ਦੋ ਬਰਾਬਰ ਵਾਸਤਵਿਕ ਮੂਲ। ਠੀਕ ਹੈ, ਤੁਸੀਂ ਯਾਦ ਰੱਖਣਾ ਬੇਟਾ, ਇੰਪੋਰਟੈਂਟ ਹੈ ਤਿੰਨੋਂ ਕੰਡੀਸ਼ਨਸ। ਇੱਕ ਵਾਰੀ ਡੀ ਕੀ ਹੋ ਗਿਆ, ਲੈਸ ਦੈਨ 0, ਤੇ ਇਹਦੇ ਵਾਸਤੇ ਕੀ ਹੁੰਦਾ, ਕੋਈ ਵਾਸਤਵਿਕ ਮੂਲ ਨਹੀਂ ਹੁੰਦਾ। ਠੀਕ ਹੈ, ਵਾਸਤਵਿਕ ਮੂਲ नहीं है। ठीक है, सो ਇਹਦਾ आंसर की बनना सी, सही बनना सी। हाँ जी, अगले क्वेश्चन ਦੇ ਵਿੱਚ ਕੀ है, समीकरण y इज इक्वल टू 8 इस दा आलेख एक रेखा है जो y ਧੁਰੇ ਦੇ समांतर है। ठीक है, ग्राफ ऑफ द इक्वेशन y इज इक्वल टू 8 इज ए लाइन पैरेलल टू y एक्सिस। सो ਇਹਦਾ जो आंसर है ये की है, गलत है ਇਹਦਾ आंसर है। ठीक है, हुण गलत क्यों आ, क्योंकि जो y इज इक्वल टू 8 की असीं गल करिए, तुहानूं पता x धुरा हुंदा, x एक्सिस हुंदा, ये की हुंदा y एक्सिस। 1 2 3 प्लस वाले 8 इत्थे किते होएगा, तो y इज इक्वल टू 8 का ग्राफ है जो इस तरह का बनता हुंदा। ठीक है, ये किहदे पैरेलल हुंदा, x के समानांतर। देखो तो इन्होंने की किया होया, y इज इक्वल टू 8 का आलेख एक रेखा है जो y ਧੁਰੇ ਦੇ समांतर है। y ਦੇ समांतर नहीं, x के समांतर हुंदा। ठीक है, y इज इक्वल टू जो गल होवे तो x के समांतर हुंदा, x इज इक्वल टू होवे तो y के समांतर हुंदा। सो ਇਹਦਾ आंसर की बनना सी, फॉल्स, गलत है ये। जेकर दो समीकरणों का आलेख आपस में कटते होण तो समीकरणों के जोड़े का डैश हल होंदा है। की हल होंदा, विलक्षण हल होंदा। ठीक है, दो समीकरणों का आलेख मतलब कि ग्राफ जिहड़ा है कहंदे वो की बने, आपस में कट्टे, लाइनस आपस में कट्टन दो इन्हां दियां समीकरणों दियां, तो ग्राफ की हुंदा, ਇਹਦਾ ਇੱਕ ਹੀ ਸੋਲੂਸ਼ਨ ਹੁੰਦਾ ਵਾ, ਤੇ ਇੱਕ ਹੱਲ ਨੂੰ ਕੀ ਕਹਿੰਦੇ, ਇੱਕ ਵਿਲੱਖਣ ਹੱਲ ਬੋਲਦੇ ਇਹਨੂੰ। ਠੀਕ ਹੈ, ਇਹਦਾ ਕੀ ਹੋਗਾ ਕਿ ਵਿਲੱਖਣ ਹੱਲ ਹੁੰਦਾ ਹੈ। ਉਸ ਤੋਂ ਬਾਅਦ ਕਿ ਦੋ ਘਾਤੀ ਸਮੀਕਰਨ ਵਿੱਚ ਡਿਸਕ੍ਰਿਮੀਨੈਂਟ ਪਤਾ ਕਰਨ ਦਾ ਸੂਤਰ ਕੀ ਹੁੰਦਾ, ਦੇਖੋ ਦੋ ਘਾਤੀ ਸਮੀਕਰਨ ਪਹਿਲਾਂ ਤਾਂ ਦੇਖੋ ਕਿੱਦਾਂ ਦੀ ਹੁੰਦੀ ਆ। ਦੋ ਘਾਤੀ ਸਮੀਕਰਨ ਪਹਿਲਾਂ ਵੀ ਦੱਸ ਚੁੱਕੇ ਆ, ax² + bx + c = 0, ਤੇ ਇਹਦੇ ਵਿੱਚ ਡਿਸਕ੍ਰਿਮੀਨੈਂਟ ਕੀ ਹੁੰਦਾ, b² - 4ac। ਸੋ ਡਿਸਕ੍ਰਿਮੀਨੈਂਟ ਕੀ ਆ, b² - 4ac, ਇਹ ਬਣੇਗਾ ਡਿਸਕ੍ਰਿਮੀਨੈਂਟ जी। इस क्वेश्चन ਦੇ ਵਿੱਚ देखो की है, पार्ट बी ਜਿਹੜਾ ਵਾ ਤੁਹਾਡੇ ਕੋਲ 3 क्वेश्चन है। एक क्वेश्चन किन्ने नंबर ਦਾ ਹੋਏਗਾ, 2 ਨੰਬਰ ਦਾ ਹੋਏਗਾ, ਤੇ ਟੋਟਲ ਕਿੰਨੇ ਨੰਬਰ ਦਾ ਹੈ, 6 ਨੰਬਰ ਦਾ। ਇਹਦੇ ਵਿੱਚ ਕੀ ਪੁੱਛਿਆ ਗਿਆ ਕਿ ਇੱਕ ਕ੍ਰਿਕਟ ਟੀਮ ਦੇ ਇੱਕ ਕੋਚ ਦੇ ਕੋਲ ਕਿੰਨੇ ਆ, ਟੋਟਲ 3900 ਰੁਪਏ ਆ। ਠੀਕ ਹੈ, ਕਿੰਨੇ ਰੁਪਏ ਅਸੀਂ ਇੱਥੇ ਲਿਖ ਲੈਂਦੇ ਆ, 3900 ਰੁਪਏ ਦੀ ਗੱਲ ਕਰ ਰਿਹਾ ਹੈ। ਇਹਦੇ ਵਿੱਚ ਕਹਿੰਦਾ 3900 ਵਿੱਚ 3 ਬੱਲੇ ਤੇ 6 ਬੋਲਾਂ ਆ ਜਾਂਦੀਆਂ, 6 ਗੇਂਦਾਂ। ठीक है, ये 3900 की खरीदा उन्हें, 3 बल्ले, 3900 3 बल्ले ते 6 गेंदा आईयां, 6 गेंदा उन्हें खरीदियां। ठीक है, फिर उस तो बाद उन्हें क्या होया कि बाद विच उसने एक होर बल्ला अते उस तरह दी 3 गेंदा 1300 च खरीदियां। हुण की कीता इन्हां ने, 1300 दे विचों की खरीद लिया ने, एक होर बल्ला, मतलब कि इत्थे की आ गया एक बल्ला, ते होर की आ गया 3 गेंदा, 3 गेंदा। ठीक है, इस स्थिति नूं बीज गणितिक रूप में दर्शाओ। देखो बीज गणितिक दे विच आपां किद्दां लिखदे इहनूं, हुण 3900 रुपए दे विच 3 बल्ले ते 6 गेंदा, आपां मान लैंदे बल्ले नूं x ते गेंदा नूं मान लैंदे आ y। इत्थे भी फिर बल्ले ते की आ जाऊगा x ते गेंदा ते की आ जाएगा y। ठीक है, ये तो जी समीकरण बनेगी वो देखो की बननी है, 3x + 6y के बनना 3900 दे। ठीक है, ये बन गया 3x + 6y, ये बन गया 3900।
सिमिलरली ये तो की बनेगा एक बल्ला आ एक एक्स आ ये बन गया कल्ला एक्स प्लस 3 बोलना सी एक्स प्लस 3 ये कि बन गया 1300 के इक्वल। ठीक है, हुण फस्ट इक्वेशन असीं की लिख सकते हैं 3x प्लस 6y इज इक्वल टू 3900 है। ये 3 देखो कॉमन आ गया 3 कॉमन आ गया, इत्थे की बच गया x प्लस इत्थे बचना 2 क्योंकि 3 कॉमन है 3 दूनी 6 बनते होंगे। ये बन गया 2y इज इक्वल टू ये बन गया 3900। हुण आ जिहड़ा वा 3 दे टेबल ते कट्टिया जाना 13 ते किन्ने हुंदे 39। ये बन गया तुहाडे कोल x प्लस 2y ये बन गया 1300 के इक्वल। तो दूसरी की बनी हुई सी x प्लस 3y इज इक्वल टू 1300। सो इस तरह तुसी दो जड़ियाँ समीकरणा वो बना सकते हैं, बीजगणितिक रूप में दर्शा सकते इस चीज़ में। अगले क्वेश्चन के की पूछा हुआ इन्होंने, हेठ दिते समीकरणों के जोड़े नूं हल करो। हल करने का मतलब की हुंदा कि जिहड़ियां दो समीकरणा दित्तियां होईयां इहदे विचों असीं एक्स ते वाई का मुੱਲ कढ़ना, एक्स ते वाई दीयां वैल्यूज़ फाइंड आउट करनियां इहदे विचों। देखो किद्दां करना इहनूं। देखो फिफ्थ क्वेश्चन, दो समीकरण दिते हुए लिख लेने दो इक्वेशनस x प्लस 5y इज इक्वल टू 9 एंड द सेकेंड इक्वेशन इज x प्लस 3y इज इक्वल टू 5। हुण देखो इनू असी इक्वेशन नंबर 1 तो इनू असी इक्वेशन नंबर 2 लै लैंदे आ। देखो x का जिहड़ा कोफिशेंट है x का गुणांक है इत्थे भी कितना 1 है तो इत्थे भी कितना 1 है। ठीक है, x ਜਾਂ y ਵਿੱਚੋਂ ਸਾਨੂੰ ਇਹਨਾਂ ਦੇ ਗੁਣਾਂਕ ਜਿਹੜੇ ਆ ਉਹ ਬਰਾਬਰ ਚਾਹੀਦੇ ਆ। ਇੱਥੇ ਆਲਰੇਡੀ ਬਰਾਬਰ ਆ। ਠੀਕ ਹੈ, ਇੱਥੇ ਆਲਰੇਡੀ ਇਕੁਅਲ ਹੈ। ਹੁਣ ਅਸੀਂ ਕੀ ਕਰਨਾ, ਜਦੋਂ ਦੋਨੋਂ ਇਕੁਅਲ ਹੁੰਦੇ ਆ ਤੇ ਸੇਮ ਸਾਈਨ ਹੋਵੇ ਅਸੀਂ ਕੀ ਕਰ ਦਿੰਦੇ ਨੂੰ ਸਬਟਰੈਕਟ ਕਰ ਦਿੰਦੇ ਆ। ਠੀਕ ਹੈ, ਸਮੀਕਰਨ 1 ਅਤੇ 2 ਨੂੰ ਘਟਾਉਣ ਤੇ ਜਦੋਂ ਅਸੀਂ ਘਟਾਉਂਦੇ ਆ ਤੇ ਜੋ ਨੀਚੇ ਵਾਲੀ ਸਮੀਕਰਨ ਲਿਖੀ ਹੁੰਦੀ ਆ ਉਹਦੇ ਜਿਹੜੇ ਸਾਈਨ ਹੁੰਦੇ ਸੀ ਉਹ ਚੇਂਜ ਕਰ ਦਿੰਦੇ ਆ। ਜਿੱਥੇ ਦੇਖੋ ਮੈਥ ਦੇ ਵਿੱਚ ਤੁਹਾਨੂੰ ਪਤਾ ਹੀ ਜਿੱਥੇ ਕੋਈ ਸਾਈਨ ਨਹੀਂ ਹੁੰਦਾ ਉੱਥੇ ਆਲਰੇਡੀ ਕਿਹੜਾ ਸਾਈਨ ਹੁੰਦਾ ਪਲੱਸ ਦਾ। ਜਿੱਥੇ ਪਲੱਸ ਦਾ ਸਾਈਨ ਇਹਨੇ ਕੀ ਬਣ ਜਾਣਾ ਮਾਈਨਸ ਦਾ। ए प्लस का साइन इन्हें की बन जाना माइनस का, ए प्लस इन्हें की बन जाना माइनस का। हुण एक की आ प्लस का 1x आ। हुण नीचे वाला साइन देखना एक की आ माइनस का 1x आ। ठीक है, प्लस तो माइनस की हो गया आपस में कैंसल हो गए। उस तो बाद देखो प्लस के 5 आ तो माइनस के 3 आ। ठीक है ना, तुसीं क्वेश्चन करते होंगे प्लस के 5 है तो माइनस के किन्ने आ 3। ठीक है, ਇਹਦਾ आंसर कितना होंदा 2 प्लस के 2y एक इक्वल बन गया प्लस दे 9 है तो माइनस दे 5 है। कितना आंसर बन गया प्लस दे 4। सो साढ़े कोल की बन गया 2y इज इक्वल टू 4 आ गया। ठीक है, 2y इज इक्वल टू 4 का मतलब की आ ये y कि इक्वल होएगा 4 ऑलरेडी पिया होया इत्थे आ 2 इधर मल्टीप्लीकेशन च y दे नाल इधर जाके इन्हें की होना डिवाइड हो गया तो ये कैंसल आउट हो गया कितना आ गया 2। ਇਹਦਾ मतलब की हो गया y की जो वैल्यू है वो कितनी बन गई 2 आ गई। हुण रही गल x की। हुण इन्हां दोनों समीकरणों के विचों किसी दे विच भी y की वैल्यू तुसीं भर दिओ तुहाडे कोल x की कीमत आ जाएगी। ठीक है, मैं सैकेंड इक्वेशन लैन लगी हाँ। सैकेंड इक्वेशन देखो की है पहले लिख लो इनू। सैकेंड इक्वेशन है x प्लस 3y इज इक्वल टू 5। ठीक है, ये रही तुहाडी सैकेंड इक्वेशन। ये मैं y बराबर 2 भरन लगी जिथे भी तुहानूं y दिखता पिया ਉਹਦੀ जगह ਤੇ की पुट करना तुसी 2। ये की बन गया x प्लस 3 इंटू y की जगह ते कितना आ गया 2 इज इक्वल टू 5। बस हुण इहनूं सिंपलीफाई कर दो x इधे ही रहना प्लस का साइन इत्थे भी प्लस लग गया। हुण ब्रैकेट दे विच मतलब निशान इन्हां दे विचला निशान की हुंदा गुणा का, कोई निशान नहीं दिखता मतलब मल्टीप्लीकेशन आ। इहदा मतलब की हो गया तीनों दो नाल मल्टीप्लाई किया कितना आंसर बन गया 6। एक इहदे इक्वल बन गया 5 दे। सो x के इहदे इक्वल आ गया 5 ऑलरेडी इत्थे पिया होया। इस 6 ने उधर जाना आ क्योंकि x कढ़ना वा खब्बे पासे सिर्फ x रहना चाहिए, बाकी जो भी लग्या होया इनू राइट हैंड साइड ते लै जाओ। ये कितना बन गया माइनस दे 6। सो x की वैल्यू इत्थों साडे कोल कितनी आ गई माइनस दे 1। सो y की वैल्यू 2 तो x की वैल्यू कितनी आ गई माइनस। हाँ जी, देखो 6 क्वेश्चन दे विच की करना। 6 क्वेश्चन दे विच पहले जनरल फॉर्म लिख लैंदे आ। ये की हुंदी आ a1x प्लस b1y प्लस c1 इज इक्वल टू 0 तो दूसरी की हुंदी आ a2x प्लस b2y प्लस c2 इज इक्वल टू 0। जो इक्वेशन दित्तियां लिख लो की दित्ती हुई है
4x प्लस py प्लस 8 इज इक्वल टू 0 तो इधर कितनी हैगी है 2x प्लस 2y प्लस 2 इज इक्वल टू 0। ਤੁਸੀਂ ਕੰਪੇਅਰ ਕੀਤਾ ਤੇ a1 ਕਿੰਨਾ ਆ ਗਿਆ 4 x ਛੱਡ ਦੇਣਾ b1 ਕਿੰਨਾ ਆ ਗਿਆ p y ਛੱਡਤਾ c1 ਕਿੰਨਾ ਆ ਗਿਆ 8 ਆ ਗਿਆ। ਸਿਮਿਲਰਲੀ ਇੱਧਰੋਂ x ਛੱਡ ਦਿੱਤਾ ਤੇ a2 ਦੀ ਵੈਲਿਊ ਕਿੰਨੀ ਆ ਗਈ 2 ਆ ਗਈ। ਇੱਧਰੋਂ y ਛੱਡਤਾ ਤੇ b1 ਕਿੰਨਾ ਆ ਗਿਆ 2 ਆ ਗਿਆ। ਤੇ ਮਤਲਬ ਅਸੀਂ ਕੰਪੇਅਰ ਕਰਦੇ ਪਏ ਬੇਟਾ ਇਹਨੂੰ ਤੇ c1 ਕਿੰਨਾ ਬਣ ਗਿਆ 2 ਆ ਗਿਆ। ਠੀਕ ਹੈ, ਹੁਣ ਇਹਨਾਂ ਨੇ ਪੁੱਛਿਆ ਹੋਇਆ ਸੀ ਕਿ ਸਮੀਕਰਨਾਂ ਦੇ ਜੋੜੇ ਦਾ ਇੱਕ ਵਿਲੱਖਣ ਹੱਲ। ਦੇਖੋ ਵਿਲੱਖਣ ਹੱਲ ਦੀ ਕੰਡੀਸ਼ਨ ਕੀ ਹੁੰਦੀ ਆ, ਜਦੋਂ ਤੁਹਾਡੇ ਕੋਲ a1 ਓਵਰ a2 ਬਰਾਬਰ ਨਾ ਹੋਵੇ b1 ਓਵਰ b2 ਦੇ, ਤਦ ਅਸੀਂ ਕਹਿੰਦੇ ਹਾਂ ਕਿ ਸਮੀਕਰਨਾਂ ਦੇ ਜਿਹੜੇ ਜੋੜੇ ਆ ਉਹਦਾ ਇੱਕ ਵਿਲੱਖਣ ਹੱਲ ਹੁੰਦਾ ਹੈ। a1 ਕਿੰਨਾ ਦੇਖੋ 4, ਠੀਕ ਹੈ, ਇਹਨੂੰ ਆਪਾਂ ਲਿਖਣ ਲੱਗੇ ਹਾਂ a1 ਦੀ ਜਗ੍ਹਾ 'ਤੇ 4 ਆ ਓਵਰ a2 ਕਿੰਨਾ ਇਹਦੀ 2 ਆ ਗਈ ਵੈਲਿਊ। ਇਹ ਕਿਹਦੇ ਬਰਾਬਰ ਨਹੀਂ ਹੋਣਾ ਚਾਹੀਦਾ, ਕਿਹਦੇ ਇਕੁਅਲ ਨਹੀਂ ਹੋਣਾ ਚਾਹੀਦਾ b1 ਓਵਰ b2 ਦੇ। b1 ਕਿੰਨਾ ਇੱਥੇ p ਓਵਰ b2 ਕਿੰਨਾ ਆ 2, ਠੀਕ ਹੈ, ਕੈਂਸਲ ਹੋ ਗਿਆ 2 ਦੇ ਟੇਬਲ 'ਤੇ। ਇਹਦਾ ਮਤਲਬ ਕੀ ਹੋ ਗਿਆ 2 ਜਿਹੜਾ ਵਾ ਇਹ ਨਹੀਂ ਹੋਣਾ ਚਾਹੀਦਾ ਕਿਹਦੇ ਇਕੁਅਲ p/2 ਦੇ। 2 ਸ਼ੁੱਡ ਨਾਟ ਬੀ ਇਕੁਅਲ ਟੂ p/2। ਇਹਨੂੰ ਅਸੀਂ ਮਲਟੀਪਲਾਈ ਕਰ ਦੇਣਾ, ਇੱਧਰ ਬਣ ਜਾਣਾ 4। ਇਹਦਾ ਮਤਲਬ ਕੀ ਆ ਗਿਆ p ਸ਼ੁੱਡ ਨਾਟ ਬੀ ਇਕੁਅਲ ਟੂ 4। ਠੀਕ ਹੈ, ਅਸੀਂ ਕਹਿ ਸਕਦੇ ਕਿ 4 ਤੋਂ ਇਲਾਵਾ p ਦੇ ਹਰ ਇੱਕ ਮੁੱਲ ਵਾਸਤੇ ਦਿੱਤੀ ਹੋਈ ਸਮੀਕਰਨ ਜੋੜੇ ਦਾ ਇੱਕ ਵਿਲੱਖਣ ਹੱਲ ਹੋਵੇਗਾ। ਸਮੀਕਰਨ ਦੇ ਮੂਲ ਪਤਾ ਕਰਨੇ ਆ। ਦੇਖੋ ਮੂਲ ਕਿੱਦਾਂ ਪਤਾ ਕਰੀਦੇ ਆ। ਇਹ ਕੀ ਸਮੀਕਰਨ ਦਿੱਤੀ ਹੋਈ ਹੈ 6x² - x - 2 ਇਜ਼ ਇਕੁਅਲ ਟੂ 0। ਠੀਕ ਹੈ, ਹੁਣ ਆ ਕਿੰਨਾ 6 ਆ ਤੇ ਆ ਕਿੰਨਾ 2 ਆ। 6 ਨੂੰ 2 ਨਾਲ ਗੁਣਾ ਕੀਤੀ ਸੀ, 6 ਨੂੰ 2 ਨਾਲ ਮਲਟੀਪਲਾਈ ਕੀਤਾ ਕਿੰਨਾ ਆ ਗਿਆ 12 ਆ ਗਿਆ। ਠੀਕ ਹੈ, 12 ਦੇ ਫੈਕਟਰ ਦੇਖੋ ਕਿੰਨੇ ਬਣਿਆ 3 ਚੌਕੇ 12 ਅਸੀਂ ਦੇਖ ਲੈਂਦੇ ਸਿੱਧਾ ਹੀ ਇੱਥੋਂ, ਕਿਉਂਕਿ ਸਾਨੂੰ ਕਿੰਨਾ ਚਾਹੀਦਾ ਵਾ। ਠੀਕ ਹੈ, ਸਾਡੇ ਕੋਲ 2 ਨੰਬਰ ਮਿਲ ਗਏ। ਠੀਕ ਹੈ, ਜਿਨ੍ਹਾਂ ਦਾ ਜੋੜ ਜਾਂ ਮਾਈਨਸ ਕੀ ਹੋਵੇ -1 ਹੋਵੇ, ਤਾਂ ਜਿਨ੍ਹਾਂ ਦੀ ਮਲਟੀਪਲੀਕੇਸ਼ਨ ਕਿੰਨੀ ਹੋਵੇ 12 ਹੋਵੇ। ਠੀਕ ਹੈ, ਇਹ ਵਾਲੇ ਦੋਨੋਂ ਨੰਬਰ ਕੰਡੀਸ਼ਨ ਜਿਹੜੀ ਸੈਟਿਸਫਾਈ ਕਰਦੇ ਪਏ ਆ। ਠੀਕ ਹੈ, ਹੁਣ ਆਪਾਂ ਇੱਥੇ 2 ਨੰਬਰ ਲੈ ਲਏ, ਇੱਕ ਹੈਗਾ 3 ਇੱਕ ਹੈਗਾ 4। ਹੁਣ ਇੱਥੇ ਸਾਡੇ ਕੋਲ ਕਿੰਨਾ -4 ਹੈ। ਠੀਕ ਹੈ, ਜੇ ਮਾਈਨਸ ਦਾ ਇਹਦਾ ਮਤਲਬ ਕਿ ਆਪਾਂ ਜੇ 3 - 4 ਕਰਦੇ ਹਾਂ 3 - 4 ਕਰਦੇ ਹਾਂ ਤਦ ਆਂਸਰ ਹੁੰਦਾ -1। ਇਸ ਕਰਕੇ ਇੱਕ ਨੰਬਰ ਪਲੱਸ ਦਾ 3 ਹੈਗਾ, ਇੱਕ ਨੰਬਰ ਆ ਗਿਆ -4। ਠੀਕ ਹੈ, ਹੁਣ ਇਹਨਾਂ ਨੇ ਕੀ ਕਿਹਾ ਹੋਇਆ, ਇਹਨਾਂ ਨੇ ਸਿੱਧੇ ਇਹਦੇ ਰੂਟਸ ਫਾਈਂਡ ਆਊਟ ਕਰਨ ਨੂੰ ਕਿਹਾ ਹੋਇਆ। ਰੂਟ ਮਤਲਬ ਇਹਦੇ ਮੂਲ ਪਤਾ ਕਰਨ ਨੂੰ। ਠੀਕ ਹੈ, ਹੁਣ ਮੈਂ ਤੁਹਾਨੂੰ ਇਹਦੇ ਦੱਸ ਦਿੰਦੀ ਕਿ ਫੈਕਟਰਸ ਅਸੀਂ ਕਿੱਦਾਂ ਬਣਾਈਦੇ ਆ। 6x², ਮੈਂ ਸਿਰਫ ਆ ਜਿਹੜੀ ਦੀ ਮਿਡਲ ਟਰਮ ਆ ਇਹਨੂੰ ਤੋੜ ਕੇ ਲਿਖਣ ਲੱਗੀ ਹਾਂ ਇਹਦੀ ਫਾਰਮ ਦੇ ਵਿੱਚ 3 ਤੇ -4 ਦੀ ਫਾਰਮ 'ਚ। ਇਹ ਬਣ ਗਿਆ 3x²। ਦੇਖੋ -1 ਨੂੰ ਮੈਂ ਕਿੱਦਾਂ ਲਿਖਣ ਲੱਗੀ ਹਾਂ +3x - 4x - 2 ਇਜ਼ ਇਕੁਅਲ ਟੂ 0। ਇਹਦੇ ਵਿੱਚੋਂ ਕੀ ਕਾਮਨ ਨਿਕਲ ਗਿਆ 3x ਕਾਮਨ ਆ ਗਿਆ। 3x ਜਦੋਂ ਕਾਮਨ ਆ ਗਿਆ ਤਾਂ ਸਾਡੇ ਕੋਲ ਕੀ ਬਚਿਆ ਅੰਦਰ 2x + 1। ਠੀਕ ਹੈ, ਇਹਨੂੰ ਜਦੋਂ ਅਸੀਂ ਮਲਟੀਪਲਾਈ ਕਰਕੇ ਦੇਖਾਂਗੇ ਤਾਂ ਆਈ ਵਾਲੀ ਟਰਮ ਬਣੇਗੀ। ਉਸ ਤੋਂ ਬਾਅਦ ਇਹਦੇ ਵਿੱਚੋਂ ਕੀ ਮਾਈਨਸ ਨਿਕਲਦਾ ਪਿਆ ਕਾਮਨ ਨਿਕਲਦਾ ਪਿਆ -2 ਕਾਮਨ ਆ ਗਈ ਤਾਂ ਅੰਦਰ ਕੀ ਬਚ ਗਿਆ ਸਾਡੇ ਕੋਲ 2x + 1। ਫਿਰ ਇੱਧਰੋਂ ਦੇਖੋ ਕੀ ਕਾਮਨ ਆ ਰਿਹਾ 2x + 1 ਕਾਮਨ ਆ ਰਿਹਾ। ਇਹ ਬਣ ਗਿਆ 2x + 1 ਇੰਟੂ ਇੱਧਰੋਂ ਕੀ ਆ 3x ਅਤੇ ਇੱਥੇ ਕਿੰਨਾ -2। ਇਹ ਬਣ ਗਿਆ ਇਕੁਅਲ ਟੂ 0। ਹੁਣ ਕੀ ਆ 2 ਟਰਮਸ ਆ, ਇਹਨਾਂ ਦਾ ਪ੍ਰੋਡਕਟ 0 ਆ। ਇਹਦਾ ਮਤਲਬ ਕੀ ਹੋ ਗਿਆ ਆਹ ਵਾਲੀ ਟਰਮ ਜਾਂ ਤਾਂ 0 ਹੋਏਗੀ ਜਾਂ ਤਾਂ ਆਹ ਵਾਲੀ ਟਰਮ 0 ਹੋਏਗੀ। ਠੀਕ ਹੈ ਨਾ, ਹੁਣ ਅਸੀਂ ਕੀ ਕਰ ਦਿੰਦੇ ਹਾਂ ਪਹਿਲਾਂ ਅਸੀਂ 2x + 1 ਇਜ਼ ਇਕੁਅਲ ਟੂ 0 ਕਰ ਦਿੰਦੇ ਹਾਂ, ਜਾਂ ਕੀ ਹੋਊਗਾ ਜਾਂ ਹੋਏਗਾ 3x - 2 ਇਜ਼ ਇਕੁਅਲ ਟੂ 0। ਅਤੇ ਇਹਦੇ ਵਿੱਚ ਦੇਖੋ ਹੁਣ ਆਪਾਂ x ਦੀ ਵੈਲਿਊ ਕੱਢਣੀ ਆ। ਸਿਰਫ x ਜਿਹੜਾ ਉਹ ਲੈਫਟ ਹੈਂਡ ਸਾਈਡ 'ਤੇ ਰਹਿਣਾ ਚਾਹੀਦਾ, ਬਾਕੀ ਜੋ ਵੀ ਆ ਰਿਹਾ ਉਹਨੂੰ ਸਭ ਨੂੰ ਰਾਈਟ ਹੈਂਡ ਸਾਈਡ 'ਤੇ ਲੈ ਜਾਓ। ਪਲੱਸ ਦਾ 1 ਇੱਧਰ ਜਾ ਕੇ ਕੀ ਬਣ ਗਿਆ -1। ਇੱਧਰ ਹੈਗਾ x -1 ਇੱਧਰ ਆਲਰੇਡੀ ਪਿਆ ਹੋਇਆ। ਆਹ 2 ਇੱਧਰ ਕੀ ਮਲਟੀਪਲੀਕੇਸ਼ਨ, ਇੱਧਰ ਜਾ ਕੇ ਕੀ ਹੋਗਾ ਡਿਵਾਈਡ 'ਚ। ਠੀਕ ਹੈ, ਇੱਕ x ਦੀ ਵੈਲਿਊ ਕਿੰਨੀ ਆ ਗਈ -1/2। ਸਿਮਿਲਰਲੀ 3x ਕਿਹਦੇ ਕੋਲ ਬਣ ਜਾਣਾ ਇੱਧਰ 2 ਦੇ, ਅਤੇ x ਕਿਹਦੇ ਕੋਲ ਬਣ ਜਾਣਾ 2/3। ਠੀਕ ਹੈ, ਇਹ 2 ਰੂਟਸ ਬਣ ਗਏ। x ਦੀਆਂ 2 ਵੈਲਿਊਜ਼ ਹੈਗੀਆਂ, ਇੱਕ -1/2 ਦੀ, ਇੱਕ ਆ ਗਿਆ 2/3। ਹੁਣ ਦੇਖੋ ਇਹਦਾ ਸ਼ਾਰਟਕਟ ਟ੍ਰਿਕ ਕੀ ਆ। 2 ਨੰਬਰ ਆਪਾਂ ਪਹਿਲਾਂ ਦੇ ਲਿਖ ਲੈਣੇ, x 3 ਹੈ ਅਤੇ y -4 ਆ। ਠੀਕ ਹੈ,
ਹੁਣ ਇੱਧਰ ਦੇਖੋ ਸਿੱਧਾ ਦੇਖੋ ਬੇਟਾ x ਦੀ ਵੈਲਿਊ ਕੀ ਆਏਗੀ, ਪਰ ਤੁਸੀਂ ਕਰਨਾ ਨਹੀਂ, ਇਹਨੂੰ ਇੱਦਾਂ ਕਰਨਾ ਤੁਸੀਂ ਇਸ ਤਰ੍ਹਾਂ ਹੀ ਆ। ਆਪਣਾ ਆਨਸਰ ਕਨਫਰਮ ਕਰਨ ਵਾਸਤੇ ਜਾਂ ਤੁਹਾਨੂੰ ਉੱਦਾਂ ਪਤਾ ਹੋਣਾ ਚਾਹੀਦਾ ਇਹਦਾ ਸ਼ਾਰਟਕਟ ਟ੍ਰਿਕ ਵੀ ਅਸੀਂ ਕਿੱਦਾਂ ਕਰ ਸਕਦੇ ਹਾਂ। ਜਿਹੜਾ ਨੰਬਰ 3 ਹੈ ਪਲੱਸ ਦਾ, ਤੇ ਇਹਦਾ ਸਾਈਨ ਬਦਲ ਦਿਓ, -3 ਬਣ ਗਏ ਓਵਰ x ਸਕੁਏਅਰ ਦਾ ਜੋ ਵੀ ਕੋਐਫੀਸ਼ੀਐਂਟ ਲੱਗਾ ਉਹ ਨਾਲ ਲਗਾ ਦਿਓ। ਇੱਥੇ ਕਿੰਨਾ ਮਾਈਨਸ ਦਾ 4 ਆ, ਮਾਈਨਸ ਲੱਗਾ ਹੋਇਆ ਤਾਂ ਮਾਈਨਸ ਹਟਾ ਦਿਓ, 4 ਓਵਰ ਕਿੰਨਾ ਬਣ ਜਾਣਾ 6। ਹੁਣ ਇਹਨੂੰ ਕੈਂਸਲ ਕਰ ਦਿਓ 3 ਦੇ ਟੇਬਲ 'ਤੇ, -1/2 ਇਹਨੂੰ 2 ਦੇ ਤੇ 2 ਦੂਣੀ 4 ਤੇ 3 ਦੂਣੀ 6। x ਦੀ ਵੈਲਿਊਜ਼ ਕਿੰਨੀ ਆ ਗਈਆਂ -1/2 ਐਂਡ 2/3। ਹਾਂਜੀ 8th ਕੁਐਸਚਨ ਦੇਖੋ ਕੀ ਹੈ ਕਿ ਦਾ ਅਜਿਹਾ ਮੁੱਲ ਪਤਾ ਕਰੋ ਜਿਸ ਨਾਲ ਦੋ ਘਾਤੀ ਸਮੀਕਰਨ ਦੇ ਮੂਲ ਬਰਾਬਰ ਹੋਣ। ਠੀਕ ਹੈ, ਕੰਡੀਸ਼ਨ 2 ਘਾਤੀ ਸਮੀਕਰਨ ਦੇ ਮੂਲ ਕਦੋਂ ਬਰਾਬਰ ਹੁੰਦੇ ਆ, ਜਦੋਂ ਡਿਸਕ੍ਰਿਮੀਨੈਂਟ ਕੀ ਹੋਵੇ 0 ਦੇ ਇਕੁਅਲ ਹੋਵੇ। ਠੀਕ ਹੈ, ਤੇ ਡਿਸਕ੍ਰਿਮੀਨੈਂਟ ਦੇਖੋ ਹੁਣ ਸਾਡੇ ਪਹਿਲਾਂ ਜਿਹੜੀ ਵੀ ਤੁਹਾਡੇ ਕੋਲ ਦਿੱਤੀ ਹੋਈ ਆ ਕੁਆਡਰੇਟਿਕ ਇਕੁਏਸ਼ਨ ਉਹਨੂੰ ਲਿਖ ਲਓ। ਕੁਆਡਰੇਟਿਕ ਇਕੁਏਸ਼ਨ ਗਿਵਨ ਕਿੰਨੀ ਹੈ 3x ਸਕੁਏਅਰ ਪਲੱਸ 2x ਪਲੱਸ k = 0। ਠੀਕ ਹੈ, ਹੁਣ ਇਹਨੂੰ ਤੁਸੀਂ ਕੰਪੇਅਰ ਕਰਨਾ ਹੁੰਦਾ ਕਿਹਦੇ ਨਾਲ, ax ਸਕੁਏਅਰ ਪਲੱਸ bx ਪਲੱਸ c = 0 ਦੇ ਨਾਲ। ਠੀਕ ਹੈ, ਐਕਸ ਸਕੁਏਅਰ ਇਹਨੂੰ ਕੰਪੇਅਰ ਕਰਨ ਦਾ ਦੇਖੋ ਕੀ ਹੁੰਦਾ, ਐਕਸ ਸਕੁਏਅਰ ਹਟਾ ਦਿਓ, ਜਿਹੜਾ ਵੀ ਨੰਬਰ ਬਚੇ ਜਿਹੜੀ ਵੀ ਚੀਜ਼ ਬਚੀ ਉਹ ਉਹੀ ਹੁੰਦਾ ਜਿੱਦਾਂ ਅਸੀਂ ਲਾਸਟ ਕੁਐਸਚਨ 'ਚ ਕੀਤਾ ਸੀ। a ਕਿੰਨਾ ਬਣ ਗਿਆ 3, ਆ x ਹਟਾ ਕੇ ਕਿੰਨਾ ਬਣ ਗਿਆ, b ਕਿਹਦੇ ਕੋਲ ਬਣ ਗਿਆ 2 ਦੇ, ਤੇ c ਕਿਹਦੇ ਕੋਲ ਬਣ ਗਿਆ k ਦੇ। ਠੀਕ ਹੈ, ਦੋ ਘਾਤੀ ਸਮੀਕਰਨ ਦੇ ਮੂਲ ਜਦੋਂ ਬਰਾਬਰ ਹੁੰਦੇ ਤਾਂ ਡਿਸਕ੍ਰਿਮੀਨੈਂਟ 0 ਹੁੰਦਾ। ਇਹਦਾ ਮਤਲਬ ਡਿਸਕ੍ਰਿਮੀਨੈਂਟ ਲਿਖ ਲਓ ਪਹਿਲਾਂ। ਡਿਸਕ੍ਰਿਮੀਨੈਂਟ ਦਾ ਫਾਰਮੂਲਾ ਕੀ ਹੁੰਦਾ b² - 4ac। ਠੀਕ ਹੈ, ਹੁਣ b ਕਿੰਨਾ ਤੁਹਾਡੇ ਕੋਲ 2, ਇੱਥੇ b ਦੀ ਜਗ੍ਹਾ 'ਤੇ 2 ਭਰ ਦਿਓ, 2 ਸਕੁਏਅਰ। ਉਸ ਤੋਂ ਬਾਅਦ ਫਾਰਮੂਲੇ 'ਚ ਕੀ ਹੁੰਦਾ ਮਾਈਨਸ, ਉਸ ਤੋਂ ਬਾਅਦ ਕੀ ਹੁੰਦਾ 4 ਲਿਖਤਾ। ਉਸ ਤੋਂ ਬਾਅਦ ਆਉਂਦਾ ਪਿਆ a ਦੀ ਵੈਲਿਊ ਕਿੰਨੀ 3, ਕੋਈ ਨਿਸ਼ਾਨ ਨਹੀਂ ਦਿਖਦੀ ਪਈ ਮਤਲਬ ਮਲਟੀਪਲੀਕੇਸ਼ਨ ਹੋ ਰਹੀ ਹੈ, ਇਨਟੂ c ਕਿੰਨਾ ਹੈ k, ਇਹ ਆ ਗਿਆ k। 2 ਦੀ ਪਾਵਰ 2 ਮਤਲਬ 2 ਨੂੰ ਕਿੰਨੀ ਵਾਰੀ ਗੁਣਾ ਕਰਨੀ, 2 ਨਾਲ 2 ਵਾਰੀ, 2 ਦੂਣੀ ਕਿੰਨੇ ਬਣ ਗਏ 4, ਮਾਈਨਸ ਦੇਖੋ ਹੁਣ 4 ਤੇ ਕਿੰਨੇ ਹੈਗੇ 12, ਨਾਲ ਕੀ ਆ ਗਿਆ k। ਠੀਕ ਹੈ, ਹੁਣ ਕਿਉਂਕਿ ਦਿੱਤਾ ਕੀ ਹੋਇਆ ਕਿ ਰੂਟਸ ਜਿਹੜੇ ਉਹ ਇਕੁਅਲ ਆ। ਇਹ ਕਿਹੜੀ ਕੰਡੀਸ਼ਨ ਹੁੰਦੀ, ਜਦੋਂ ਡਿਸਕ੍ਰਿਮੀਨੈਂਟ ਕੀ ਹੋਵੇ 0 ਹੋਵੇ। ਡਿਸਕ੍ਰਿਮੀਨੈਂਟ ਦੀ ਵੈਲਿਊ ਆ ਇੱਥੇ ਇਹਨੂੰ ਕਿਹਦੇ ਬਰਾਬਰ ਕਰ ਦਿਓ 0 ਦੇ, ਇਹ ਆ ਗਿਆ 0 ਦੇ ਇਕੁਅਲ। ਇਹਦਾ ਮਤਲਬ ਕੀ ਹੋ ਗਿਆ ਤੁਹਾਡੇ ਕੋਲ ਜੋ 12k ਆ ਉਹ ਕਿਹਦੇ ਇਕੁਅਲ ਬਣ ਗਿਆ 4 ਦੇ, ਤਾਂ k ਦੀ ਕਿੰਨੀ ਵੈਲਿਊ ਆ ਗਈ 4/12। k ਕਿੰਨਾ ਆ ਗਿਆ 1/3। ਬੇਟਾ 10th ਕਲਾਸ ਦੀਆਂ ਹੋਰ ਵੀਡੀਓਜ਼ ਦੇ ਵਾਸਤੇ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਆ ਤਾਂ ਕਿ ਵੀਡੀਓ ਦੀ ਜੋ ਨੋਟੀਫਿਕੇਸ਼ਨ ਹੈ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਜਾਏ। ਥੈਂਕ ਯੂ ਸੋ ਮਚ।